ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਸ਼ੁੱਕਰਵਾਰ ਸੰਸਦ ਦਾ ਇਜਲਾਸ ਖਤਮ ਹੋਇਆ ਹੈ ਔਰ ਇਸ ਸੰਸਦ ਦੇ ਇਜਲਾਸ ਦੇ ਵਿੱਚ ਸਾਰੇ ਵਿਰੋਧੀ ਧੜੇ ਦੀ ਜਿਹੜੀਆਂ ਪਾਰਟੀਆਂ ਨੇ ਜਿਹੜੀਆਂ ਇੰਡੀਆ ਅਲਾਇੰਸ ਦੇ ਵਿੱਚ ਸ਼ਾਮਲ ਨੇ ਉਹਨਾਂ ਸਾਰਿਆਂ ਨੇ ਇਕਮੁੱਠ ਹੋ ਕੇ ਸਰਕਾਰ ਦੇ ਖਿਲਾਫ ਅਵਿਸ਼ਵਾਸ ਪ੍ਰਸਤਾਵ ਲੈ ਕੇ ਆਈਆਂ ਸੀ ਔਰ ਉਹ ਅਵਿਸ਼ਵਾਸ ਪ੍ਰਸਤਾਵ ਅਸੀਂ ਇਸ ਲਈ ਲੈ ਕੇ ਆਏ ਸੀਗੇ ਇੰਡੀਆ ਅਲਾਇੰਸ ਦੀਆਂ ਸਾਰੀਆਂ ਪਾਰਟੀਆਂ ਕਿ ਜਿਹੜੀਆਂ ਮਨੀਪੁਰ 'ਚ ਬਹੁਤ ਹੀ ਮਨਭਾਗੀਆਂ ਘਟਨਾਵਾਂ ਹੋਈਆਂ ਨੇ ਔਰ ਸਰਕਾਰ ਦੀ ਜਿਸ ਤਰ੍ਹਾਂ ਨਾਲ ਅਸੰਵੇਦਨਸ਼ੀਲਤਾ ਦੇਖਣ ਨੂੰ ਮਿਲੀ ਹੈ ਉਹਦੇ ਉੱਪਰ ਆਪਣਾ ਰੋਸ਼ ਜ਼ਾਹਿਰ ਕਰਨ ਵਾਸਤੇ ਔਰ ਜਿਹੜੀ ਮਨੀਪੁਰ 'ਚ ਹਿੰਸਾ ਚੱਲਦੀ ਆ ਰਹੀ ਹੈ ਔਰ ਖਾਸ ਕਰ ਔਰਤਾਂ 'ਤੇ ਜਿਹੜਾ ਅਤਿਆਚਾਰ ਹੋ ਰਿਹਾ ਹੈਗਾ ਉਹਨੂੰ ਖਤਮ ਕਰਨ ਵਾਸਤੇ ਅਸੀਂ ਇਹ ਵਿਸ਼ਵਾਸ ਪ੍ਰਸਤਾਵ ਲੈ ਕੇ ਆਏ ਸੀ ਔਰ ਮਨਭਾਗੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨੇ ਹੋਰ ਤਾਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਪਰ ਜਿਹੜੀਆਂ ਦੋ ਬੁਨਿਆਦੀ ਗੱਲਾਂ ਅਸੀਂ ਚੱਕੀਆਂ ਸੀਗੀਆਂ ਇੱਕ ਮਨੀਪੁਰ ਜਿਸ 'ਤੇ ਅਵਿਸ਼ਵਾਸ ਪ੍ਰਸਤਾਵ ਸੀਗਾ ਔਰ ਦੂਜਾ ਜਿਹੜੀ ਗੱਲ ਮੈਂ ਆਪਣੇ ਭਾਸ਼ਣ ਚੱਕੀ ਸੀ ਕਿ ਚੀਨ ਨੇ ਭਾਰਤ ਦੀ 2000 ਸਕੁਆਇਰ ਕਿਲੋਮੀਟਰ ਸਰਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ ਹੈ ਉਹਦੇ ਵਾਸਤੇ ਸਰਕਾਰ ਵੱਲੋਂ ਕੋਈ ਸਪਸ਼ਟੀਕਰਨ ਨਹੀਂ ਆਇਆ ਕੋਈ ਬਿਆਨ ਨਹੀਂ ਆਇਆ ਜੇ ਤੁਸੀਂ ਮੇਰੀ ਸਪੀਚ ਦੇਖੀ ਹੋਊਗੀ ਮੇਰਾ ਇੰਟਰਵੈਂਸ਼ਨ ਦੇਖੀ ਹੋਊਗੀ ਨੋ ਕੌਨਫੀਡੈਂਸ ਮੋਸ਼ਨ ਦੇ ਦੌਰਾਨ ਮੈਂ ਬੜੇ ਸਾਫ਼ ਤੌਰ 'ਤੇ ਸਰਕਾਰ ਤੋਂ ਇਹ ਪੁੱਛਿਆ ਸੀਗਾ ਕਿ ਸਰਕਾਰ ਦੇ ਜਿਹੜੇ ਆਪਣੇ ਅਫਸਰ ਨੇ SSP ਲੇ ਨੇ PD ਨਿਤਿਆ ਉਹਨਾਂ ਨੇ ਲਿਖਤ ਦੇ ਵਿੱਚ ਇੱਕ ਕਾਗਜ਼ ਜਾਰੀ ਕੀਤਾ ਸੀਗਾ DGP IGP ਦੀ ਕਾਨਫਰੰਸ ਨੂੰ ਔਰ ਉਸ ਕਾਗਜ਼ 'ਚ ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਸੀ ਕਿ ਭਾਰਤ ਦੀ ਜਿਹੜੀਆਂ ਸਿਕਿਉਰਿਟੀ ਫੋਰਸਿਸ ਨੇ ਉਹ 65 ਚੋਂ 26 ਜਿਹੜੇ ਪੈਟਰੋਲਿੰਗ ਪੁਆਇੰਟਸ ਨੇ ਉਹਨਾਂ ਨੂੰ ਐਕਸੈਸ ਨਹੀਂ ਕਰ ਪਾ ਰਹੀ ਔਰ ਇਹਦੇ ਨਾਲ ਇਹ ਗੱਲ ਵੀ ਕਈ ਵਾਰੀ ਆਉਂਦੀ ਰਹੀ ਹੈਗੀ ਹੈ ਕਿ ਜਿਹੜੀਆਂ ਮਿਲਟਰੀ ਟੂ ਮਿਲਟਰੀ ਟਾਕਸ ਹੋਈਆਂ ਨੇ ਅੱਜ 19ਵਾਂ ਰਾਊਂਡ ਚੱਲ ਰਿਹਾ ਹੈਗਾ ਚੀਨ ਨਾਲ ਉਹਦੇ ਜਿੰਨੇ ਬਫਰ ਜ਼ੋਨ ਬਣੇ ਨੇ ਉਹ ਸਾਰੇ ਬਫਰ ਜ਼ੋਨ ਜੋ ਹਿੰਦੁਸਤਾਨ ਦੀ ਪਰਸੈਪਸ਼ਨ ਹੈ ਆਪਣੀ ਨਿਯੰਤਰਣ ਰੇਖਾ ਦੀ ਉਹਦੇ ਅੰਦਰ ਬਣੇ ਨੇ ਚਾਹੇ ਵਾਈ ਨਾਲਾ ਹੋਵੇ ਚਾਹੇ ਗੋਗਰਾ ਹੋਵੇ ਚਾਹੇ ਹੌਟ ਸਪ੍ਰਿੰਗਸ ਹੋਵੇ ਚਾਹੇ ਪੈਂਗੋਂਗ ਹੋਵੇ ਚਾਹੇ ਡੈਪਸੈਂਗ ਹੋਵੇ ਚਾਹੇ ਯੰਗਸਟੀ ਹੋਵੇ ਚਾਹੇ ਅਪਰ ਸੁਬਾਂਸਰੀ ਹੋਵੇ ਮਤਲਬ ਪੂਰੇ ਇੱਕ ਥੀਏਟਰ ਲੈਵਲ ਦੇ ਉੱਪਰ ਚੀਨ ਨੇ ਅਪ੍ਰੈਲ 2020 'ਚ ਹਿੰਦੁਸਤਾਨ ਦੀ LAC ਦੇ ਅੰਦਰ ਵੜੇ ਸੀਗੇ ਔਰ ਅੱਜ 37 ਮਹੀਨੇ ਹੋ ਗਏ 37 ਮਹੀਨਿਆਂ ਦੇ ਵਿੱਚ ਉਹ ਵਾਪਸ ਨਹੀਂ ਗਏ ਹੈਗੇ ਔਰ ਇਹਨਾਂ 37 ਮਹੀਨਿਆਂ ਦੇ ਵਿੱਚ ਸਰਕਾਰ ਵੱਲੋਂ ਕੋਈ ਸਪਸ਼ਟੀਕਰਨ ਨਹੀਂ ਆਇਆ ਹੈ ਕਿ ਕਿਆ ਇਹ ਗੱਲ ਸਹੀ ਹੈ ਕਿ 2000 ਸਕੁਆਇਰ ਕਿਲੋਮੀਟਰ ਤੋਂ ਜ਼ਿਆਦਾ ਹਿੰਦੁਸਤਾਨ ਦੀ ਜਿਹੜੀ ਸਰਜ਼ਮੀਨ ਹੈ ਉਸ 'ਤੇ ਚੀਨ ਨੇ ਅਪ੍ਰੈਲ 2020 ਤੋਂ ਬਾਅਦ ਕਬਜ਼ਾ ਕੀਤਾ ਸੋ ਇਸ ਲਈ ਇਹ ਜਿਹੜੇ ਬੁਨਿਆਦੀ ਮਸਲੇ ਨੇ ਜਿਹੜੇ ਰਾਸ਼ਟਰ ਦੀ ਸੁਰੱਖਿਆ ਨਾਲ ਜੁੜੇ ਹੋਏ ਨੇ ਕਿਉਂਕਿ ਜਦੋਂ ਮਨੀਪੁਰ 'ਚ ਉਤਲ-ਪੁਤਲ ਹੁੰਦੀ ਹੈ ਤਾਂ ਜਿਹੜੇ ਹਿੰਦੁਸਤਾਨ ਵਿਰੋਧੀ ਸ਼ਕਤੀਆਂ ਨੇ ਜਿਹੜੇ ਅਲਗਾਵਵਾਦੀ ਮਿਆਂਮਾਰ 'ਚ ਬੈਠੇ ਨੇ ਜਿਨ੍ਹਾਂ ਨੂੰ ਚੀਨ ਦਾ ਸਮਰਥਨ ਪ੍ਰਾਪਤ ਹੈਗਾ ਉਹ ਸਾਰੇ ਇਸ ਚੀਜ਼ ਦਾ ਫਾਇਦਾ ਚੱਕਦੇ ਨੇ ਔਰ ਇਹ ਜਿਹੜੀਆਂ ਸੰਵੇਦਨਸ਼ੀਲ ਰਾਸ਼ਟਰੀ ਸੁਰੱਖਿਆ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਉਸ ਦੇ ਉੱਪਰ ਸਰਕਾਰ ਵੱਲੋਂ ਕੋਈ ਸਪਸ਼ਟੀਕਰਨ ਨਹੀਂ ਆਇਆ ਔਰ ਇਸ ਲਈ ਅਸੀਂ ਇਹ ਅਵਿਸ਼ਵਾਸ ਪ੍ਰਸਤਾਵ ਲੋਕ ਸਭਾ ਦੇ ਵਿੱਚ ਲੈ ਕੇ ਆਏ ਸੀ ਦੂਸਰੀ ਜਿੱਥੇ ਤੱਕ ਰਹੀ ਅੱਜ ਦੇ ਦੌਰੇ ਦੀ ਗੱਲ ਅੱਜ ਮੁੱਖ ਮਕਸਦ ਇਹ ਸੀਗਾ ਕਿ ਕੁਝ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਦੇ ਦਰਸ਼ਨ ਕੀਤੇ ਸੌਰ ਇੱਥੇ ਨੰਗਲ ਸਾਥੀਆਂ ਨੂੰ ਮਿਲੇ ਹੈਗੇ ਹੈ ਤੋ ਜਿਹੜਾ ਇੱਕ ਸਾਡਾ ਰੈਗੂਲਰ ਜਨ ਸੰਪਰਕ ਦਾ ਕਾਰਿਕ੍ਰਮ ਹੈ ਵੱਖ-ਵੱਖ ਹਲਕਿਆਂ ਦੇ ਵਿੱਚ ਉਹਦੇ ਤਹਿਤ ਅੱਜ ਦੁਬਾਰਾ ਫੇਰ ਤੋਂ ਨੰਗਲ ਆਉਣ ਦਾ ਮੌਕਾ ਮਿਲਿਆ ਔਰ ਉਸ ਬਹਾਨੇ
ਸਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਇਹ ਉਹਦਾ ਮੁੱਖ ਮਕਸਦ ਹੈ। ਸਰ, ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹੇ ਹੋਏ ਆ, ਪਿੱਛੇ ਜੇ ਵੀ ਹੜ੍ਹਾਂ ਨੇ ਇਲਾਕੇ ਦਾ ਬੜਾ ਨੁਕਸਾਨ ਕੀਤਾ। ਹੁਣ ਵੀ ਇਸ ਗੱਲ ਦਾ ਖਦਸ਼ਾ ਵਰਤਾਇਆ ਜਾ ਰਿਹਾ ਵੀ ਜੇ ਕਿਤੇ ਭਾਰੀ ਮੀਂਹ ਆ ਗਿਆ ਤਾਂ ਇਲਾਕੇ 'ਚ ਪਾਣੀ ਆ ਜਾਣਾ। ਤੁਸੀਂ ਇੱਥੋਂ ਦੇ ਮੈਂਬਰ ਪਾਰਲੀਮੈਂਟ ਹੈ, ਹਿਮਾਚਲ ਪ੍ਰਦੇਸ਼ ਦੇ ਮੈਂਬਰ ਪਾਰਲੀਮੈਂਟ ਨੇ ਕੋਸ਼ਿਸ਼ ਕਰਕੇ ਆਪਣੀ ਜਿਹੜੀ ਸਵਾਂ ਨਦੀ ਚੈਨਲਾਈਜ਼ ਕਰਵਾ ਲਈ। ਤੁਸੀਂ ਕਦੀ ਇਹ ਕੋਸ਼ਿਸ਼ ਕਿਉਂ ਨਹੀਂ ਕੀਤੀ ਕਿ ਇਹਨੂੰ ਵੀ ਆਪਾਂ ਚੈਨਲਾਈਜ਼ ਕਰਵਾ ਲਈਏ ਤਾਂ ਕਿ ਸਾਡੇ ਇਲਾਕੇ ਜਿਹੜੀ ਮਿੱਟੀ ਦਾ ਇੰਨਾ ਨੁਕਸਾਨ ਹੋ ਰਿਹਾ, ਖੇਤਾਂ ਦਾ, ਪਸ਼ੂਆਂ ਦਾ ਨੁਕਸਾਨ ਹੋ ਰਿਹਾ, ਬਚਾਇਆ ਜਾ ਸਕੇ? ਇੱਦਾਂ ਹੈ ਕਿ 2019 'ਚ ਜਦੋਂ ਹੜ੍ਹਾਂ ਦੀ ਸਥਿਤੀ ਬਣੀ ਸੀਗੀ ਔਰ ਇੱਥੇ ਜਾਨੋ ਮਾਲ ਦਾ ਨੁਕਸਾਨ ਹੋਇਆ ਸੀਗਾ, ਉਸ ਤੋਂ ਬਾਅਦ ਮੈਂ ਜਿਹੜੇ ਵਾਟਰ ਰਿਸੋਰਸਿਸ ਦੇ ਵਜ਼ੀਰ ਨੇ ਸ਼ੇਖਾਵਤ ਸਾਹਿਬ, ਉਹਨਾਂ ਨੂੰ ਮਿਲਿਆ ਵੀ ਸੀਗਾ, ਉਹਨਾਂ ਨੂੰ ਚਿੱਠੀ ਵੀ ਲਿਖੀ ਸੀਗੀ। ਇੱਕ ਨਹੀਂ ਕਹਿ ਕੇ 3 ਚਿੱਠੀਆਂ ਲਿਖੀਆਂ ਸੀਗੀਆਂ ਕਿ ਸਵਾਂ ਨਦੀ ਅਪਸਟਰੀਮ ਹਿਮਾਚਲ ਦੇ ਵਿੱਚ ਚੈਨਲਾਈਜ਼ਡ ਹੈ ਔਰ ਜਦੋਂ ਮੀਂਹ ਪੈਂਦਾ ਹੈਗਾ ਤੇ ਉਹ ਸਾਰਾ ਪਾਣੀ ਇਕੱਠਾ ਹੋ ਕੇ ਥੱਲੇ ਮਾਰ ਕਰਦਾ ਹੈਗਾ। ਔਰ ਉਹ ਚਿੱਠੀਆਂ ਸ਼ਾਇਦ ਮੈਂ ਰਿਲੀਜ਼ ਵੀ ਕੀਤੀਆਂ ਸੀਗੀਆਂ ਸਾਰੀਆਂ ਪਬਲਿਕਲੀ। ਗਜਿੰਦਰ ਸ਼ੇਖਾਵਤ ਨੇ ਮੈਨੂੰ ਵਾਪਸ ਇਹ ਜਵਾਬ ਲਿਖਿਆ ਸੀ ਕਿ ਪੰਜਾਬ ਸਰਕਾਰ ਦੇ ਵਿੱਚੋਂ ਵੱਲੋਂ ਕੋਈ ਪ੍ਰਪੋਜ਼ਲ ਨਹੀਂ ਆਇਆ ਹੈਗਾ ਸਵਾਂ ਨਦੀ ਨੂੰ ਜਾਂ ਜਿਹੜੀਆਂ 2 ਹੋਰ ਨਦੀਆਂ ਨੇ ਜਿਨ੍ਹਾਂ ਦੇ ਕਰਕੇ ਨੁਕਸਾਨ ਹੁੰਦਾ ਹੈ, ਬੁਦਕੀ ਹੈ ਔਰ ਸਰਸਾ ਹੈ, ਇਹਨਾਂ ਦੀ ਚੈਨਲਾਈਜੇਸ਼ਨ ਵਾਸਤੇ ਸਾਡੇ ਕੋਈ ਪ੍ਰਪੋਜ਼ਲ ਨਹੀਂ ਆਇਆ ਹੈ। ਮੈਂ ਪੰਜਾਬ ਸਰਕਾਰ ਨੂੰ ਉਹ ਚਿੱਠੀ ਨੱਥੀ ਕਰਦਿਆਂ ਹੋਇਆਂ ਚਿੱਠੀ ਵੀ ਲਿਖੀ। ਉਸ ਟਾਈਮ ਕੋਵਿਡ ਸੀਗਾ, ਸਰਕਾਰ ਦਾ ਧਿਆਨ ਦੂਜੇ ਪਾਸੇ ਸੀ ਕਿ ਬਈ ਤੁਸੀਂ ਉਪਚਾਰਿਕ ਤੌਰ 'ਤੇ ਪ੍ਰਪੋਜ਼ਲ ਬਣਾ ਕੇ ਗਵਰਨਮੈਂਟ ਆਫ ਇੰਡੀਆ ਨੂੰ ਭੇਜੋ ਔਰ ਗਵਰਨਮੈਂਟ ਆਫ ਇੰਡੀਆ ਤੋਂ ਜੋ ਵੀ ਕਹਿੰਦੇ ਸਹਾਇਤਾ ਮਿਲਦੀ ਹੈਗੀ ਹੈ ਇਹਨੂੰ ਚੈਨਲਾਈਜ਼ ਕਰਨ ਵਾਸਤੇ ਉਹ ਤੁਸੀਂ ਲਓ। ਮਨਭਾਗੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਉਦੋਂ ਕੋਵਿਡ ਸੀਗਾ, ਉਸ 'ਤੇ ਕਾਰਵਾਈ ਨਹੀਂ ਹੋ ਪਾਈ। ਉਸ ਤੋਂ ਬਾਅਦ ਫਿਰ ਮੈਂ ਦੁਬਾਰਾ 2021 ਚਿੱਠੀ ਲਿਖੀ, 2022 ਚਿੱਠੀ ਲਿਖੀ, ਵਜ਼ੀਰ ਨੂੰ ਜਾ ਕੇ ਮਿਲੇ। ਮੈਂ ਹੁਣ ਫੇਰ ਕਹਿੰਦੇ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਹੈਗੀ ਹੈ, ਚੀਫ ਮਿਨਿਸਟਰ ਨੂੰ। ਉਹ ਸਾਰੀਆਂ ਚਿੱਠੀਆਂ ਅਟੈਚ ਕਰਦੇ ਹੋਏ ਕਿ ਕੇਂਦਰ ਸਰਕਾਰ ਤਿਆਰ ਹੈਗੀ ਹੈ, ਜੇ ਤੁਸੀਂ ਪ੍ਰੋਜੈਕਟ ਬਣਾ ਕੇ ਪ੍ਰਪੋਜ਼ਲ ਬਣਾ ਕੇ ਭੇਜੋਗੇ ਤਾਂ ਕੇਂਦਰ ਸਰਕਾਰ ਉਹਦੇ ਵਾਸਤੇ ਜੋ ਵੀ ਫੰਡ ਦੇਣੇ ਨੇ ਉਹ ਦੇਣ ਨੂੰ ਤਿਆਰ ਹੈਗੀ ਹੈ। ਇਹ ਜੇ ਅਣਗਹਿਲੀ ਹੈ, ਇਹ ਅਣਗਹਿਲੀ ਪੰਜਾਬ ਵੱਲੋਂ ਹੈਗੀ ਹੈ ਕਿ ਪੰਜਾਬ ਨੇ ਕੇਂਦਰ ਸਰਕਾਰ ਨੂੰ ਸਵਾਂ, ਸਰਸਾ ਔਰ ਬੁਦਕੀ ਨਦੀ ਦੀ ਚੈਨਲਾਈਜੇਸ਼ਨ ਵਾਸਤੇ ਕੋਈ ਠੋਸ ਪ੍ਰਪੋਜ਼ਲ ਬਣਾ ਕੇ ਨਹੀਂ ਭੇਜਿਆ। ਦੇਖੋ, ਮੈਂ ਪਾਰਲੀਮੈਂਟ ਸੈਸ਼ਨ ਦੇ ਦੌਰਾਨ ਗਡਕਰੀ ਜੀ ਨੂੰ ਮਿਲਿਆ ਸੀਗਾ ਔਰ ਗਡਕਰੀ ਜੀ ਨੇ ਮੈਨੂੰ ਭਰੋਸਾ ਦਵਾਇਆ ਹੈ ਕਿ ਇਹ ਜਿਹੜਾ ਫਲਾਈਓਵਰ ਹੈ ਅਕਤੂਬਰ ਤੱਕ ਪੂਰਾ ਹੋ ਜਾਏਗਾ। ਇਨਫੈਕਟ ਉਹਨਾਂ ਨੇ ਮੈਂ ਜਾ ਕੇ ਮਿਲਿਆ ਸੀਗਾ, ਉਹ ਕਹਿੰਦੇ ਮੈਂ ਪਤਾ ਕਰਦਾ ਹੈਗਾ। ਪਤਾ ਕਰਕੇ ਉਹਨਾਂ ਫਿਰ ਮੈਨੂੰ ਦੱਸਿਆ ਕਿ ਬਈ ਮੇਰੇ ਅਫਸਰ ਮੈਨੂੰ ਇਹ ਦੱਸ ਰਹੇ ਨੇ ਕਿ ਅਕਤੂਬਰ ਤੱਕ ਇਹ ਫਲਾਈਓਵਰ ਪੂਰਾ ਹੋ ਜਾਏਗਾ। ਮੈਂ ਉਹਨਾਂ ਨੂੰ ਇੱਕ ਬੇਨਤੀ ਜ਼ਰੂਰ ਕੀਤੀ ਕਿ ਇਸ ਫਲਾਈਓਵਰ ਦਾ ਇੱਕ ਸੇਫਟੀ ਆਡਿਟ ਦੁਬਾਰਾ ਕਰਾ ਲੈਣਾ, ਕਿਉਂਕਿ ਜਿਹੜੀ ਕੰਪਨੀ ਇਹ ਫਲਾਈਓਵਰ ਬਣਾ ਰਹੀ ਹੈਗੀ ਹੈ ਉਹਦੇ 2 ਫਲਾਈਓਵਰ ਬਿਹਾਰ 'ਚ ਡਿੱਗ ਚੁੱਕੇ ਨੇ। ਤਾਂ ਇਸ ਲਈ ਮੈਂ ਗਡਕਰੀ ਸਾਹਿਬ ਨੂੰ ਉਚੇਚਾ ਜਾ ਕੇ ਮਿਲ ਕੇ ਬੇਨਤੀ ਕਰਕੇ ਆਇਆ ਹੈਗਾ ਕਿ ਇਸ ਫਲਾਈਓਵਰ ਨੂੰ ਆਪਰੇਸ਼ਨਲਾਈਜ਼ ਕਰਨ ਤੋਂ ਪਹਿਲਾਂ ਉਹਦਾ ਇੱਕ ਪ੍ਰੋਪਰ ਰਿਗਰਸ ਸੇਫਟੀ ਆਡਿਟ ਕਰਾਉਣਾ ਬਹੁਤ ਜ਼ਰੂਰੀ ਹੈਗਾ, ਕਿਉਂਕਿ ਜੇ ਉਹ ਮਨਭਾਗੀ ਘਟਨਾਵਾਂ ਬਿਹਾਰ 'ਚ ਹੋਈਆਂ ਨੇ ਉਹ ਕਿਤੇ ਇੱਥੇ ਨਾ ਹੋ ਜਾਵੇ, ਉਹਦੇ ਵਾਸਤੇ ਇਤਿਹਾਦ ਵਰਤਣ ਦੀ ਲੋੜ ਹੈਗੀ ਹੈ। ਪਰ ਜਿਹੜੀ ਮੇਰੀ ਜਾਣਕਾਰੀ ਹੈ ਹੁਣ ਤੱਕ, ਜੋ ਮੈਨੂੰ ਇਸ ਸੈਸ਼ਨ ਦੇ ਦੌਰਾਨ ਦੱਸਿਆ ਗਿਆ ਹੈ ਕਿ ਅਕਤੂਬਰ ਤੱਕ ਇਹ ਫਲਾਈਓਵਰ ਸ਼ੁਰੂ ਹੋ ਜਾਏ। ਸਰ, ਕਿਵੇਂ ਦੇਖਦੇ ਹੋ ਅਨੰਦਪੁਰ ਸਾਹਿਬ ਕੌਂਸਲ ਕਾਂਗਰਸ ਦੀ ਸੀਗੀ, ਹੁਣ ਆਮ ਆਦਮੀ ਪਾਰਟੀ ਜੁਆਇਨ ਕਰ ਚੁੱਕੀ ਹੈ। ਜਦੋਂ ਕਿ ਇਹਦੇ ਵਿਧਾਇਕ ਕਹਿੰਦੇ ਸੀਗੇ ਕੌਂਸਲਾਂ ਦੇ ਵਿੱਚ ਕਰਪਸ਼ਨ ਬਹੁਤ ਜ਼ਿਆਦਾ ਕੀ, ਹੁਣ ਉਹਨਾਂ ਦੇ ਨਾਲ ਹੀ ਕੌਂਸਲ ਜੁਆਇਨ ਹੋ ਗਈ ਜੀ, ਕਿਵੇਂ ਦੇਖਦੇ ਹੋ? ਪਹਿਲਾਂ ਉਹਨਾਂ ਨੇ ਬਿਆਨ ਦਿੱਤਾ, ਹੁਣ ਉਹੀ ਕਰਪਟ ਕੌਂਸਲ ਦੀ ਗੱਲ ਕਰੀਏ ਉਹਨਾਂ ਨੂੰ ਆਪਣੇ ਨਾਲ ਲੈ ਲਿਆ ਜੀ, ਕੀ ਕਹਿਣਾ ਚਾਹੋਗੇ? देखो, इतना है, उर्दू का शेर है कि ना कि कुछ तो मजबूरियां रही होंगी, यूं ही कोई बेवफा नहीं हो जाता। तो इसलिए ये मनभागी गल हैगी, जो तुसी किसी एक पार्टी की टिकट ते चोण लड़ के जितते हैगे हो और जे इदा तुसी छड्ड के जाने हैगे हो, ये गल कोई शोभा नहीं दिंदी और लोगों नूं भी गल पसंद नहीं हुंदी। हाँ, जे तुहाडा कोई मन मुटाव सीगा
ਕਾਂਗਰਸ ਪਾਰਟੀ ਨਾਲ, ਤਾਂ ਕਾਇਦਾ ਇਹ ਕਹਿੰਦਾ ਸੀਗਾ ਕਿ ਤੁਸੀਂ ਅਸਤੀਫਾ ਦੇ ਕੇ ਦੁਬਾਰਾ ਚੋਣ ਲੜ ਕੇ ਕਾਉਂਸਲ 'ਚ ਆਉਂਦੇ ਤਾਂ ਜਿਹੜੀ ਇੱਕ ਨੈਤਿਕਤਾ ਵਾਲੀ ਗੱਲ ਹੁੰਦੀ ਹੈਗੀ ਹੈ, ਕਿਉਂਕਿ ਇਸ ਤਰ੍ਹਾਂ ਨਾਲ ਦਲ ਬਦਲ ਕਰਨਾ ਇਹ ਕੋਈ ਠੀਕ ਗੱਲ ਨਹੀਂ ਹੈ। ਔਰ ਮੈਂ ਜਦੋਂ ਇਹ ਅਨੰਦਪੁਰ ਸਾਹਿਬ ਵਾਲੀ ਘਟਨਾ ਹੋਈ ਸੀਗੀ ਸ਼੍ਰੀ ਅਨੰਦਪੁਰ ਸਾਹਿਬ ਦੀ ਮਿਊਨਿਸਪਲ ਕਾਉਂਸਲ ਦੀ, ਤੇ ਮੈਂ ਸੰਸਦ ਦੇ ਵਿੱਚ ਇਹ ਗੱਲ ਚੱਕਣੀ ਚਾਹੀ ਸੀਗੀ, ਪਰ ਨੋ ਕੌਨਫੀਡੈਂਸ ਦੇ ਬਾਅਦ ਇਲਾਵਾ ਕੋਈ ਹੋਰ ਕਾਰਵਾਈ ਹੋਈ ਨਹੀਂ ਕਿ ਇਹ ਜਿਹੜਾ 10th ਸ਼ੈਡਿਊਲ ਹੈ, ਜਿਹੜੇ ਐਂਟੀ ਡਿਫੈਕਸ਼ਨ ਲਾਅ ਹੈ, ਜਿਹੜਾ ਪਾਰਲੀਮੈਂਟ ਔਰ ਅਸੈਂਬਲੀਆਂ 'ਚ ਲਾਗੂ ਹੈ, ਇਹਨਾਂ ਨੂੰ ਲੋਕਲ ਬਾਡੀਜ਼ ਦੇ ਵਿੱਚ ਵੀ ਲਾਗੂ ਹੋਣਾ ਚਾਹੀਦਾ ਹੈ। ਕਿਉਂਕਿ ਜੇ ਪੋਲੀਟੀਕਲ ਮੋਰੈਲਿਟੀ ਨੂੰ, ਰਾਜਨੀਤਿਕ ਨੈਤਿਕਤਾ ਨੂੰ ਮੁੱਖ ਰੱਖਦਿਆਂ ਹੋਇਆਂ ਲੋਕ ਸਭਾ ਔਰ ਵਿਧਾਨ ਸਭਾ ਦੇ ਵਿੱਚ ਐਂਟੀ ਡਿਫੈਕਸ਼ਨ ਲਾਅ ਜਿਹੜਾ 10th ਸ਼ੈਡਿਊਲ ਹੈ ਸੰਵਿਧਾਨ ਦਾ ਉਹ ਲਾਗੂ ਹੈ, ਇਹ ਜਿਹੜੀਆਂ ਪੰਚਾਇਤਾਂ ਨੇ, ਇਹ ਜਿਹੜੀਆਂ ਨਗਰ ਕਾਉਂਸਲਸ ਨੇ, ਇਹ ਜਿਹੜੀਆਂ ਮਿਊਨਿਸਪਲ ਕਾਰਪੋਰੇਸ਼ਨਸ ਨੇ, ਜ਼ਿਲ੍ਹਾ ਪਰਿਸ਼ਦ ਹੈ, ਬਲਾਕ ਸੰਮਤੀਆਂ ਨੇ, ਇਹ ਵੀ ਉਸੇ ਸੰਵਿਧਾਨ ਦੇ ਤਹਿਤ ਬਣੀਆਂ ਹੋਈਆਂ ਨੇ। ਮੇਰਾ ਕੁਐਸਚਨ ਸਰ ਇਹ ਹੈ ਕਿ ਪਹਿਲਾਂ ਕਰਪਸ਼ਨ ਦੇ ਆਰੋਪ ਲੱਗਦੇ ਰਹੇ, ਹੁਣ ਉਹੀ ਕਰਪਸ਼ਨ ਵਾਲੀ ਕੌਂਸਲ ਨੂੰ ਹੀ ਲੈ ਲਿਆ ਆਪਣੇ ਦੇ ਵਿੱਚ, ਉਹਦੇ ਬਾਰੇ ਉਹ ਤਾਂ ਸਵਾਲ ਉਸ ਤੋਂ ਪੁੱਛੋ ਨਾ ਜਾ ਕੇ ਜਿਹਨੇ ਲਿੱਤਾ ਹੈਗਾ, ਜਿਹੜਾ ਆਰੋਪ ਲਾਉਂਦਾ ਸੀਗਾ। ਬਈ ਅਸੀਂ ਤਾਂ ਕਿਸੇ ਦੇ ਉੱਪਰ ਅਗਰ ਜੇ ਕੋਈ ਆਰੋਪ ਲਾਈਦਾ ਹੈਗਾ ਜਾਂ ਕੋਈ ਗੱਲ ਕਹੀਦੀ ਹੈ, ਬੜੀ ਜ਼ਿੰਮੇਵਾਰੀ ਨਾਲ ਕਹੀਦੀ ਹੈ, ਇੱਕ ਜ਼ਿੰਮੇਵਾਰੀ ਦਾ ਤਕਾਜ਼ਾ ਵਰਤਦੇ ਹੋਏ, ਤਾਂ ਇਹ ਸਵਾਲ ਤਾਂ ਉਸ ਤੋਂ ਪੁੱਛਣਾ ਬਣਦਾ ਹੈਗਾ ਜਿਹੜੇ ਆਰੋਪ ਲਾ ਰਹੇ ਸੀਗੇ ਔਰ ਜਿਨ੍ਹਾਂ ਨੇ ਲੈ ਲਿਆ ਹੈਗਾ। ਮਸਲਾ ਕਿੱਥੇ ਖੜਾ ਜੀ, ਜਿਹੜਾ ਲੀਜ਼ ਮਸਲੇ ਤੇ ਤੁਸੀਂ ਬਹੁਤ ਵਾਰ ਡਿਸਕਸ਼ਨ ਕੀਤੀ, ਡੈਪੂਟੇਸ਼ਨ ਵੀ ਤੁਹਾਨੂੰ ਮਿਲਦਾ ਰਿਹਾ ਸ਼ਹਿਰ ਦਾ, ਉਹ ਕਿੱਥੇ ਤੱਕ ਗੱਲ ਕਰੀ ਹੈ ਜੀ, ਉੱਤੇ ਖੜਾ ਜੀ? ਦੇਖੋ, ਲੀਜ਼ ਮਸਲੇ ਤੇ ਅਸ਼ੋਕ ਸੈਣੀ ਜੀ ਇੱਥੇ ਨੇ, ਨਈਅਰ ਸਾਹਿਬ ਇੱਥੇ ਨੇ, ਮੇਰੇ ਖਿਆਲ ਅਸੀਂ ਜਾ ਕੇ BBMB ਦੇ ਚੇਅਰਮੈਨ ਨੂੰ, ਮਿਨਿਸਟਰ ਨੂੰ, ਜਿਹੜੇ ਪੰਜਾਬ ਸਰਕਾਰ ਦੇ ਨੁਮਾਇੰਦੇ ਨੇ BBMB 'ਚ ਕ੍ਰਿਸ਼ਨ ਕੁਮਾਰ ਜੀ, ਉਹਨਾਂ ਨੂੰ ਵੀ ਜਾ ਕੇ ਕਈ ਵਾਰ ਮਿਲੇ ਨੇ, ਇੱਕ ਵਾਰੀ ਨਹੀਂ ਕਈ ਵਾਰ ਮਿਲੇ ਨੇ। ਔਰ ਮੈਂ ਵੀ RK ਸਿੰਘ ਨੂੰ ਮੇਰੇ ਖਿਆਲ 4-5 ਵਾਰੀ ਇਸ ਮਸਲੇ 'ਤੇ ਮਿਲਿਆ ਹੈਗਾ। ਹੁਣ ਵੀ ਜਦੋਂ ਪਾਰਲੀਮੈਂਟ ਦਾ ਸੈਸ਼ਨ ਚੱਲਦਾ ਸੀਗਾ, ਕਿਉਂਕਿ ਜਿਹੜੇ ਆਊਟਸਟੈਂਡਿੰਗ ਇਸ਼ੂਜ਼ ਹੁੰਦੇ ਨੇ ਕੌਂਸਟੀਟੂਐਂਸੀ ਦੇ, ਉਹਨਾਂ ਨੂੰ ਜਾ ਕੇ ਲੈ ਕੇ ਅਸੀਂ ਮਿਲਦੇ ਹੀ ਹੈਗੇ ਹਾਂ। ਸੋ ਇਸ ਲਈ ਮੈਂ ਉਹਨਾਂ ਨੂੰ ਇੱਕ ਰਿਕੁਐਸਟ ਕੀਤੀ ਹੈਗੀ ਹੈ ਕਿ ਬਈ ਜਾਂ ਤਾਂ ਤੁਸੀਂ ਇਹ ਕਹਿ ਦਿਓ ਕਿ ਬਈ ਅਸੀਂ ਇਹ ਲੀਜ਼ ਦਾ ਮਸਲਾ ਹੱਲ ਨਹੀਂ ਕਰਨਾ ਹੈ, ਔਰ ਜੇ ਹੱਲ ਕਰਨਾ ਹੈਗਾ ਤਾਂ ਜਿਹੜੀ ਇਕੁਇਟੇਬਲ ਟਰਮਸ ਨੇ, ਇਕੁਇਟੇਬਲ ਟਰਮਸ ਦੇ ਉੱਪਰ ਇਸ ਚੀਜ਼ ਨੂੰ ਹੱਲ ਕੀਤਾ ਜਾਵੇ। ਇਹ ਕਹਿਣਾ ਕਿ ਅਸੀਂ 2023 ਦੇ ਰੇਟ ਅਪਲਾਈ ਕਰਨੇ ਨੇ ਜਦੋਂ ਲੀਜ਼ 1995 'ਚ ਐਕਸਪਾਇਰ ਹੋ ਚੁੱਕੀ ਹੈਗੀ ਹੈ, ਇਹ ਤਾਂ ਕਿਸੇ ਕਚਹਿਰੀ 'ਚ ਵੀ ਅਦਾਲਤ 'ਚ ਨਹੀਂ ਗੱਲ ਖੜਨੀ ਹੈਗੀ। ਤੋਂ ਲਾਸਟ ਗੱਲ ਮੇਰੀ ਜਿਹੜੀ ਮਿਨਿਸਟਰ ਨਾਲ ਇਹ ਹੋਈ ਸੀਗੀ, ਮੈਂ ਕਿਹਾ ਤੁਸੀਂ ਕਹਿ ਕੇ ਅਸੀਂ ਕਈ ਵਾਰ ਤੁਹਾਡੇ ਕੋਲ ਆ ਚੁੱਕੇ ਹੈਗੇ, ਤੁਸੀਂ ਇਹ ਫੈਸਲਾ ਕਰ ਲਓ, ਤੁਸੀਂ BBMB ਦੀ ਲੀਜ਼ ਦਾ ਮਸਲਾ ਹੱਲ ਕਰਨਾ ਹੈ ਕਿ ਨਹੀਂ ਕਰਨਾ। ਨਹੀਂ ਕਰਨਾ ਹੈਗਾ ਤਾਂ ਕੋਈ ਗੱਲ ਨਹੀਂ, ਜੋ ਹੈ ਫਿਰ ਕੋਰਟ ਕਚਹਿਰੀ 'ਚ ਇਹਨੂੰ ਲੋਕ ਦੇਖ ਲੈਣਗੇ। ਜੇ ਕਰਨਾ ਹੈਗਾ ਤੇ ਜੋ ਲੋਕੀ ਇਸ ਤੋਂ ਪ੍ਰਭਾਵਿਤ ਨੇ ਔਰ ਜੋ ਇਕੁਇਟੇਬਲ ਹੈਗਾ, ਉਸ ਇਕੁਇਟੇਬਲ ਬੇਸਿਸ 'ਤੇ ਕਰਨਾ ਚਾਹੀਦਾ। ਉਹਨਾਂ ਨੇ ਮੈਨੂੰ ਅਸ਼ੋਰੈਂਸ ਦਿੱਤੀ ਹੈ ਕਿ 15 ਦਿਨ ਦੇ ਵਿੱਚ ਉਹ ਮੀਟਿੰਗ ਬੁਲਾ ਕੇ ਸਾਡੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਵੀ ਬੁਲਾਉਣਗੇ ਔਰ ਕੋਸ਼ਿਸ਼ ਕਰਨਗੇ ਕਿ ਬਈ ਇਹ ਗੱਲ ਕਾਫੀ ਨੇੜੇ ਲੱਗੀ ਹੋਈ ਹੈ। ਲਾਸਟ ਜਿਹੜੀ ਉਹ ਕਹਿੰਦਾ ਲਾਸਟ ਮਾਈਲ ਇਹਦਾ ਨਹੀਂ ਹੋ ਪਾ ਰਿਹਾ ਹੈਗਾ। ਕੋਸ਼ਿਸ਼ ਇਹੀ ਹੈਗੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਦੀ ਇੱਕ ਇਕੁਇਟੇਬਲ ਸੈਟਲਮੈਂਟ ਕਰਦੀ ਹੈ। ਫਲਾਈਓਵਰ ਦਾ ਜਿਹੜਾ ਥੱਲੇ ਸਾਬਕਾ MP ਅਵਿਨਾਸ਼ ਰਾਏ ਖੰਨਾ ਜੀ ਨੇ ਇੱਕ ਲੈਟਰ ਲਿਖਿਆ ਸੈਂਟਰ ਨੂੰ ਕਿ ਜਿਹੜਾ ਫਾਟਕ ਵੀ ਬੰਦ ਹੈ ਤੇ ਅੰਡਰ ਬ੍ਰਿਜ ਵੀ ਹੈ। ਅੰਡਰ ਬ੍ਰਿਜ ਪਹਿਲਾਂ ਇਹਨਾਂ ਨੇ ਰੁਕਵਾਤਾ ਹੋ ਗਿਆ, ਜਿਹੜਾ ਉੱਥੇ ਰੇਲਵੇ ਫਾਟਕ ਕ੍ਰੋਸਿੰਗ ਜਿਹੜਾ ਹੈਗਾ ਉਹ ਬੰਦ ਪਿਆ ਲੰਬੇ ਸਮੇਂ ਤੋਂ, ਉਹਨਾਂ ਨੇ ਖੁਲਾਉਣ ਦੀ ਮੰਗ ਕੀਤੀ। ਤੁਸੀਂ ਜੇ ਕਦੇ ਮੁੱਦਾ ਨਹੀਂ ਉਠਾਇਆ ਜੀ ਵੀ ਖੁੱਲ੍ਹਣਾ ਚਾਹੀਦਾ, ਇੱਕੋ ਹੀ ਰਸਤਾ ਹੈ ਜੀ ਜਿੱਥੋਂ ਸਾਰੇ ਹੀ ਲੰਘਦੇ। ਦੇਖੋ ਇੱਦਾਂ ਹੈ ਕਿ ਜਦੋਂ ਇਹ ਰੇਲਵੇ ਦਾ ਓਵਰ ਬ੍ਰਿਜ ਬਣਿਆ ਸੀਗਾ ਆਪਣਾ, ਤਾਂ ਉਸ ਟਾਈਮ 'ਤੇ ਇਹ ਫੈਸਲਾ ਹੋਇਆ ਸੀਗਾ ਕਿ ਇੱਥੇ ਇੱਕ ਅੰਡਰਪਾਸ ਹੋਏਗਾ। ਉਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਬਗੈਰ ਕਿਸੇ ਨੂੰ ਕੰਸਲਟ ਕੀਤੇ, ਪਤਾ ਨਹੀਂ ਕਿਸ ਪ੍ਰੈਸ਼ਰ ਦੇ ਤਹਿਤ, ਕਿਸ ਪ੍ਰੈਸ਼ਰ ਦੇ ਤਹਿਤ ਨਹੀਂ, ਇਹ ਲਿਖ ਕੇ ਰੇਲਵੇ ਨੂੰ ਦੇ ਦਿੱਤਾ ਕਿ ਬਈ ਇੱਥੇ ਸਾਨੂੰ ਅੰਡਰਪਾਸ ਦੀ ਲੋੜ ਨਹੀਂ। ਉਸ ਤੋਂ ਬਾਅਦ ਉਹ ਜਿਹੜੇ ਰੇਲਵੇ ਓਵਰ ਬ੍ਰਿਜ ਦੇ ਫਾਊਂਡੇਸ਼ਨਸ ਨੇ
ਉਹ ਫਾਊਂਡੇਸ਼ਨਸ ਕਿ ਕਹਿੰਦੇ ਨੇ ਉਸ ਹਿਸਾਬ ਨਾਲ ਰੱਖੇ ਗਏ, ਨੀਹਾਂ ਉਸ ਹਿਸਾਬ ਨਾਲ ਰੱਖੀਆਂ ਗਈਆਂ ਕਿ ਉੱਥੇ ਅੰਡਰਪਾਸ ਦੀ ਗੁੰਜਾਇਸ਼ ਨਹੀਂ ਛੱਡੀ ਗਈ। ਜਦੋਂ ਮਾਰਚ 2022 ਦੇ ਵਿੱਚ ਅਸੀਂ ਜਾ ਕੇ ਮੌਕਾ ਵੇਖ ਕੇ ਆਏ, ਵੇਖਿਆ ਤੁਸੀਂ ਲੋਕ ਵੀ ਸਾਰੇ ਨਾਲ ਸੀਗੇ, ਔਰ ਉਦੋਂ ਉਹ ਅਫਸਰ ਵੀ ਆਏ ਹੋਏ ਸੀਗੇ, ਉਹਨਾਂ ਨੇ ਸਾਫ਼ ਤੌਰ 'ਤੇ ਗੱਲ ਕਹੀ ਕਿ ਸਾਹਿਬ ਹੁਣ ਜਦੋਂ ਇੱਕ ਵਾਰੀ ਓਵਰਬ੍ਰਿਜ ਬਣ ਗਿਆ ਹੈਗਾ ਔਰ ਉਹਦੀਆਂ ਨੀਹਾਂ ਰੱਖੀਆਂ ਗਈਆਂ ਨੇ, ਹੁਣ ਜੇ ਅਸੀਂ ਅੰਡਰਪਾਸ ਉੱਥੇ ਬਣਾਉਣਾ ਚਾਹੀਏ ਤਾਂ ਵੀ ਉਹ ਅੰਡਰਪਾਸ ਨਹੀਂ ਬਣ ਸਕਦਾ ਹੈਗਾ, ਕਿਉਂਕਿ ਉੱਥੇ ਥਾਂ ਹੀ ਨਹੀਂ ਹੈਗੀ ਅੰਡਰਪਾਸ ਬਣਾਉਣ ਦੀ। ਦੇਖੋ ਤੁਸੀਂ ਸਾਰੇ ਹੀ ਸੀਗੇ ਜਦੋਂ ਇਹ ਗੱਲਬਾਤ ਹੋਈ ਸੀ। ਹੁਣ ਕੀ ਕਹਿੰਦੇ ਨੇ, ਉਸ ਤੋਂ ਬਾਅਦ ਮੈਂ ਇਹ ਗੱਲ ਉਹਨਾਂ ਨਾਲ ਅਸ਼ਵਨੀ ਵੈਸ਼ਨਵ ਨਾਲ ਕੀਤੀ ਸੀਗੀ, ਮੈਂ ਕਿਹਾ ਉੱਥੇ ਫਾਟਕ ਖੋਲ੍ਹ ਦਿਓ। ਅੱਛਾ, ਇਹਨਾਂ ਨੇ ਜਿੰਨੀਆਂ ਅਨਮੈਨਡ ਕ੍ਰਾਸਿੰਗਸ ਨੇ ਉਹਨਾਂ ਨੂੰ ਇੱਕ ਨੈਸ਼ਨਲ ਲੈਵਲ 'ਤੇ ਬੰਦ ਕਰਨ ਦਾ ਫੈਸਲਾ ਲਿੱਤਾ ਹੋਇਆ ਹੈ, ਅਤੇ ਇਸ ਲਈ ਫਿਰ ਮੈਂ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਕਿ ਜੇ ਉੱਥੇ ਅੰਡਰਪਾਸ ਨਹੀਂ ਬਣ ਸਕਦਾ ਹੈਗਾ ਅਤੇ ਉੱਥੇ ਨਾਲ ਕੋਈ ਜੇ ਕਿਤੇ ਅੰਡਰਪਾਸ ਬਣ ਸਕਦਾ ਹੋਵੇ ਤਾਂ ਨਾਲ ਆਪਾਂ ਅੰਡਰਪਾਸ ਬਣਾਉਣ ਦੀ ਕੋਸ਼ਿਸ਼ ਕਰੀਏ। ਅਨਫੋਰਚੂਨੇਟਲੀ ਉਸ ਦੇ ਉੱਪਰ ਜੋ ਕਾਰਵਾਈ DRM ਅੰਬਾਲਾ ਨੂੰ ਕਰਨੀ ਚਾਹੀਦੀ ਸੀਗੀ DPR ਬਣਾਉਣ ਦੀ, ਉਹ ਕਾਰਵਾਈ ਨਹੀਂ ਹੋ ਪਾਈ ਹੈਗੀ ਹੈ। ਪਰ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ, ਉਸ ਸ਼ਹਿਰ ਨੂੰ 3 ਹਿੱਸਿਆਂ 'ਚ ਵੰਡਦਾ ਹੈਗਾ ਔਰ ਇਸ ਚੀਜ਼ ਨੂੰ ਕਰਾਉਣ ਦੀ ਲੋੜ ਹੈਗੀ ਹੈ। ਮੈਨੂੰ ਨਹੀਂ ਲੱਗਦਾ ਕਿ ਰੇਲਵੇ ਮਿਨਿਸਟਰੀ ਇਸ ਚੀਜ਼ ਨੂੰ ਮੰਨੇਗੀ ਕਿ ਬਈ ਉੱਥੇ ਫਾਟਕ ਖੋਲ੍ਹ ਦਿੱਤਾ ਜਾਵੇ, ਮੈਨੂੰ ਇਹ ਔਖਾ ਲੱਗਦਾ। ਪਰ ਹਾਂ, ਇਹ ਚੀਜ਼ ਜ਼ਰੂਰ ਹੋ ਸਕਦੀ ਹੈਗੀ ਹੈ ਕਿ ਜੇ ਥਾਂ ਹੋਵੇ ਉੱਥੇ ਆਪਾਂ ਅੰਡਰ ਬ੍ਰਿਜ ਦੀ ਕੋਸ਼ਿਸ਼ ਕਰ ਸਕਦੇ ਹਾਂ। ਇੱਕ ਸਰ ਸੁਣਨ ਨੂੰ ਮਿਲ ਰਿਹਾ, ਰੌਲਾ ਪੈ ਰਿਹਾ, ਅਫਵਾਹ ਜਾਂ ਸੱਚ ਹੈ, ਤੁਸੀਂ ਦੱਸੋਗੇ ਕਿ ਅਗਲਾ ਇਲੈਕਸ਼ਨ ਵੀ ਤੁਸੀਂ ਚੰਡੀਗੜ੍ਹ ਤੋਂ ਲੜਨਾ? ਇੱਦਾਂ ਹੈ ਕਿ ਜਦੋਂ 1991 'ਚ ਮੈਂ ਕਾਨਪੁਰ ਇਲੈਕਸ਼ਨ ਲੜਨ ਗਿਆ ਸੀਗਾ ਤਾਂ ਵੀ ਕਹਿੰਦੇ ਸੀਗੇ ਕਿ ਮੈਂ ਚੰਡੀਗੜ੍ਹੋਂ ਲੜਨਾ ਹੈਗਾ। 2004 'ਚ ਜਦੋਂ ਮੈਂ ਲੁਧਿਆਣੇ ਲੜਿਆ ਤਾਂ ਫਿਰ ਕਹਿੰਦੇ ਸੀਗੇ ਕਿ ਚੰਡੀਗੜ੍ਹ ਲੜਨਾ ਹੈਗਾ। 2009 'ਚ ਜਦੋਂ ਮੈਂ ਲੁਧਿਆਣੇ ਤੋਂ ਦੁਬਾਰਾ ਜਿੱਤਿਆ ਤਾਂ ਵੀ ਕਹਿੰਦੇ ਸੀਗੇ ਕਿ ਚੰਡੀਗੜ੍ਹ ਲੜਨਾ ਹੈਗਾ। ਦੇਖੋ, ਸ੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਨੇ ਮੈਨੂੰ ਇਲੈਕਸ਼ਨ ਜਿਤਾਇਆ ਹੈਗਾ। ਮੈਂ ਪਿਛਲੇ 4 ਸਾਲ ਤੋਂ ਇੱਥੋਂ ਕੰਮ ਕਰ ਰਿਹਾ ਹੈਗਾ। ਮੈਂ ਸਿਟਿੰਗ MP ਹੈ ਔਰ ਮੇਰੀ क्या कहने ने ਮਨਸ਼ਾ ਹੀ ਨਹੀਂ, ਇਹ ਮੇਰਾ ਹੱਕ ਬਣਦਾ ਹੈਗਾ ਐਜ਼ ਸਿਟਿੰਗ MP। ਔਰ ਮੇਰੀ ਜੋ ਪਾਰਲੀਮੈਂਟ ਦੀ ਪਰਫਾਰਮੈਂਸ ਹੈ, ਮੈਂ ਕਹਿ ਸਕਦਾ ਹੈਗਾ ਕਿ 543 ਜਿਹੜੇ MP ਨੇ ਲੋਕ ਸਭਾ 'ਚ, ਸ਼ਾਇਦ ਜਿਹੜੇ 5-7 ਬਿਲਕੁਲ ਨੰਬਰ 1 MPs ਨੇ ਉਹਨਾਂ 'ਚ ਕਹਿ ਕੇ ਸਾਡੀ ਪਰਫਾਰਮੈਂਸ ਹੈਗੀ ਹੈ। ਤੋ ਇਸ ਲਈ ਇਹ ਜਿਹੜੇ ਅਫਵਾਹ ਫੈਲਾ ਰਹੇ ਨੇ ਕਿ ਮੈਂ ਚੰਡੀਗੜ੍ਹੋਂ ਇਲੈਕਸ਼ਨ ਲੜੂੰਗਾ, ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਨਾ ਚਾਹੁੰਦਾ ਹੈਗਾ ਕਿ ਜੇ ਉਹ ਚੰਡੀਗੜ੍ਹੋਂ ਲੜਨਾ ਚਾਹੁਣ ਤਾਂ ਜਾ ਕੇ ਲੜ ਲੈਣ। ਸਰ ਇੱਕ ਛੋਟਾ ਜਿਹਾ ਸਵਾਲ ਹੈ, ਆਮ ਜਨਤਾ ਦਾ ਹੀ ਹੈ ਕਿ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ, ਸੰਭਾਵੀ ਉਮੀਦਵਾਰਾਂ ਵੱਲੋਂ ਦੌਰੇ ਵੀ ਹਲਕਿਆਂ ਨੇ ਕਰਨੇ ਸ਼ੁਰੂ ਕਰ ਦਿੱਤੇ ਗਏ। ਉਹ ਕਹਿੰਦੇ ਕਿਤੇ ਨਾ ਕਿਤੇ ਲੀਡਰਾਂ ਨੂੰ ਇਹ ਪੁੱਛਿਆ ਜਾਵੇ, ਸਿਆਸਤ ਸੱਤਾ ਵਿੱਚ ਆਉਣ ਤੋਂ ਬਾਅਦ ਕਿਆ MP ਦੇ ਕਰਨੇ ਵਾਲੇ ਕਿਹੜੇ ਕਿਹੜੇ ਕੰਮ ਹੁੰਦੇ, ਕਿਆ ਉਹ MP ਬਣ ਕੇ ਕਰਦੇ ਨੇ? ਦੇਖੋ, ਇੱਦਾਂ ਹੈ, ਤੁਸੀਂ ਬੜਾ ਇੱਕ ਬੁਨਿਆਦੀ ਸਵਾਲ ਪੁੱਛਿਆ। ਜਿਹੜੀ ਸਾਡੀ ਲੋਕਸ਼ਾਹੀ ਦੀ ਵਿਵਸਥਾ ਹੈ ਉਹਦੇ 'ਚ ਆਪਾਂ ਸਰਪੰਚ ਚੁਣੀਦਾ, ਬਲਾਕ ਸੰਮਤੀ ਦੇ ਮੈਂਬਰ ਚੁਣੀਦੇ ਨੇ, ਜ਼ਿਲ੍ਹਾ ਪਰਿਸ਼ਦ ਚੁਣੀਦੀ ਹੈ ਪਿੰਡਾਂ 'ਚ, ਸ਼ਹਿਰਾਂ ਦੇ ਵਿੱਚ ਮਿਊਨਿਸਪਲ ਕਾਊਂਸਲ ਚੁਣੀਦੀ ਹੈ ਜਾਂ ਮਿਊਨਿਸਪਲ ਕਾਰਪੋਰੇਸ਼ਨ ਚੁਣੀਦੀ ਹੈਗੀ, ਔਰ ਫਿਰ ਅਸੀਂ ਵਿਧਾਇਕ ਚੁਣਦੇ ਹੈਗੇ ਆ, ਉਹਨਾਂ ਨੂੰ ਚੰਡੀਗੜ੍ਹ ਭੇਜਦੇ ਹਾਂ ਕਿ ਸੂਬੇ ਵਾਸਤੇ ਕਾਨੂੰਨ ਬਣੇ। ਜਿਹੜਾ ਮੈਂਬਰ ਆਫ ਪਾਰਲੀਮੈਂਟ ਹੈ, ਮੈਂਬਰ ਆਫ ਪਾਰਲੀਮੈਂਟ ਨੂੰ ਤੁਸੀਂ ਚੁਣ ਕੇ ਦਿੱਲੀ ਇਸ ਲਈ ਭੇਜਦੇ ਹੈਗੇ ਹੋ ਕਿ ਉਹ ਮੁਲਕ ਵਾਸਤੇ ਕਾਨੂੰਨ ਬਣਾ। ਇਹ ਤਾਂ ਜਿਹੜੇ ਵਿਕਾਸ ਦੇ ਕੰਮ MP ਕਰਦਾ ਹੈਗਾ, ਉਹਦੀ ਕੋਲੈਟਰਲ ਰਿਸਪੌਂਸਿਬਿਲਿਟੀ ਹੈ ਕਿ ਕੁਝ ਥੋੜ੍ਹਾ ਬਹੁਤ ਪੈਸਾ ਅਖਤਿਆਰੀ ਕੋਟੇ ਦਾ 1993 ਤੋਂ MPs ਨੂੰ ਮਿਲਣਾ ਸ਼ੁਰੂ ਹੋਇਆ। ਪਹਿਲੇ ਉਹ 1 ਕਰੋੜ ਸੀ, ਫਿਰ ਵੱਧ ਕੇ ਉਹ 5 ਕਰੋੜ ਹੋ ਗਿਆ ਕਿ ਬਈ ਛੋਟਾ ਮੋਟਾ ਕਿਤੇ ਕੋਈ ਲੱਗਦਾ ਹੋਵੇ ਕਿ ਇਹੋ ਜਿਹੀ ਲੋੜ ਹੈਗੀ ਹੈ ਜਿੱਥੇ ਸਟੇਟ ਗਵਰਨਮੈਂਟ ਜਾਂ ਜ਼ਿਲ੍ਹਾ ਪ੍ਰਸ਼ਾਸਨ ਕੰਮ ਨਹੀਂ ਕਰਾ ਸਕਦਾ, ਉਹਦੇ 'ਚ ਤੁਸੀਂ ਯੋਗਦਾਨ ਪਾਓ। ਸੋ ਇੱਕ MP ਦੀ ਪਰਫਾਰਮੈਂਸ ਦਾ ਜੇ ਤੁਸੀਂ ਮੁਲਾਂਕਣ ਕਰਨਾ ਹੈਗਾ ਤਾਂ ਉਹਦੀ ਪਰਫਾਰਮੈਂਸ ਦਾ ਮੁਲਾਂਕਣ ਉਹਦੀ ਜਿਹੜੀ ਲੋਕ ਸਭਾ ਦੀ ਪਰਫਾਰਮੈਂਸ ਹੈ, ਜਿਸ ਵਾਸਤੇ ਤੁਸੀਂ ਉਹਨੂੰ ਚੁਣ ਕੇ ਭੇਜਿਆ ਹੈਗਾ, ਉਸਦੇ ਹਿਸਾਬ ਨਾਲ ਮੁਲਾਂਕਣ ਕਰਨਾ ਚਾਹੀਦਾ ਹੈਗਾ। ਜੇ ਤੁਸੀਂ ਚਾਹੋ ਕਿ ਬਈ MP ਸਰਪੰਚ ਦਾ ਕੰਮ ਕਰੇ ਤਾਂ ਫਿਰ ਤੁਹਾਨੂੰ ਸਰਪੰਚ ਚੁਣ ਲੈਣਾ ਚਾਹੀਦਾ, ਫਿਰ ਉਹਨੂੰ MP ਚੁਣਨ ਦੀ ਲੋੜ ਹੀ ਨਹੀਂ ਹੈਗੀ। ਸਰ, ਜਿਹੜਾ ਨੈਸ਼ਨਲ ਲੈਵਲ ਤੇ ਤੁਹਾਡਾ ਸਮਝੌਤਾ ਹੋਇਆ ਕਾਂਗਰਸ ਆਪ ਦਾ, ਕਿ ਪੰਜਾਬ ਦੇ ਵਿੱਚ ਤੁਸੀਂ ਇਸ ਹੱਕ 'ਚ ਵੀ ਇੱਥੇ ਵੀ ਹੋਣਾ ਚਾਹੀਦਾ ਜਾਂ ਵਿਰੋਧ 'ਚ? ਦੇਖੋ,
ਅਜੇ ਇੰਡੀਆ ਅਲਾਇੰਸ ਬਣ ਰਿਹਾ ਹੈ, ਇੰਡੀਆ ਅਲਾਇੰਸ ਦੀ ਮੀਟਿੰਗਸ ਹੋ ਰਹੀਆਂ। ਬੁਨਿਆਦੀ ਮਸਲਾ ਇਹ ਹੈ ਕਿ 10 साल बाद लोकशाही भी और ये मुल्क भी एक विकल्प लभ रहा और उस विकल्प ਨੂੰ ਦੇਣ ਵਾਸਤੇ ਵਿਰੋਧੀ ਧੜੇ ਦੀ ਸਾਰੀ ਪਾਰਟੀਆਂ ਇਕੱਠੀਆਂ ਹੋਈਆਂ। ਅਗਲੀ ਮੀਟਿੰਗ ਹੁਣ ਬੰਬੇ ਹੈਗੀ ਹੈ 30-31 ਅਗਸਤ। ਸੋ ਇਹ ਤਾਂ ਦਿਸ ਇਜ਼ ਅੰਗਰੇਜ਼ੀ 'ਚ ਕਹਿੰਦੇ ਨੇ ਵਰਕ ਇਨ ਪ੍ਰੋਗਰੈਸ। ਹੁਣ ਇਹਦੇ ਵਿੱਚ ਸੀਟ ਅੰਡਰਸਟੈਂਡਿੰਗ, ਸੀਟ ਐਡਜਸਟਮੈਂਟ ਕਿਵੇਂ ਹੋਏਗੀ ਨਹੀਂ ਹੋਏਗੀ, ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਪਰ ਇੱਕ ਜਿਹੜੀ ਬੁਨਿਆਦੀ ਨਿਊ ਹੈ ਇਸ ਮੁਲਕ ਨੂੰ ਵਿਕਲਪ ਦੇਣ ਦੀ, ਉਹ ਨਿਊ ਆ ਪਿਛਲੀ 3 ਜਿਹੜੀਆਂ 2 ਮੀਟਿੰਗਾਂ ਹੋਈਆਂ ਨੇ, ਔਰ ਜਿਵੇਂ ਲੋਕ ਸਭਾ ਔਰ ਰਾਜ ਸਭਾ ਦੇ ਵਿੱਚ ਇਸ ਵਾਰੀ ਕੋਆਰਡੀਨੇਸ਼ਨ ਹੋਇਆ ਹੈ ਸਾਰੀ ਆਪੋਜੀਸ਼ਨ ਪਾਰਟੀਜ਼ ਦਾ, ਮੇਰੇ ਹਿਸਾਬ ਨਾਲ ਉਹ ਜਿਹੜੀ ਨੀਂਹ ਹੈ ਉਹ ਰੱਖੀ ਗਈ ਹੈਗੀ ਹੈ। ਹੁਣ ਇਹ ਮਕੈਨਿਕਸ ਨੇ ਕਿ ਬਈ ਇੱਕ ਸੀਟ ਐਡਜਸਟਮੈਂਟ ਹੋਏਗੀ ਕਿਵੇਂ ਹੋਏਗੀ, ਕਿਸ ਸਟੇਟ 'ਚ ਹੋਏਗੀ ਕਿਸ ਸਟੇਟ 'ਚ ਨਹੀਂ ਹੋਏਗੀ, ਇਹ ਤਾਂ ਸਮਾਂ ਦੱਸੂਗਾ। ਬਟ ਬ੍ਰੌਡ ਡਾਇਰੈਕਸ਼ਨ ਇਹੀ ਹੈ ਕਿ ਇਸ ਮੁਲਕ ਨੂੰ ਇੱਕ ਆਲਟਰਨੇਟਿਵ ਦਿੱਤਾ ਜਾਵੇ। ਨਹੀਂ ਸਰ, ਮੇਰਾ ਕੁਐਸਚਨ ਇਹ ਹੈ ਪੰਜਾਬ ਕਾਂਗਰਸ ਨੇ ਇਸ ਚੀਜ਼ ਦਾ ਵਿਰੋਧ ਕੀਤਾ, ਤੁਸੀਂ ਹੱਕ ਕਿਉਂ ਜਾਂਦੇ ਹੋ? ਦੇਖੋ ਇੱਦਾਂ ਹੈ ਕਿ ਮੈਂ ਉਸ ਸ਼ਾਇਦ ਮੇਰੀ ਪੰਜਾਬੀ ਕਮਜ਼ੋਰ ਹੈਗੀ ਹੈ, ਮੈਂ ਬੜੇ ਵਿਸਤਾਰ ਤੌਰ 'ਤੇ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਹ ਬਾਈਨਰੀ ਨਹੀਂ ਹੈ ਕਿ ਯੂ ਆਰ ਫॉर ਇਟ ਔਰ ਅਗੇਂਸਟ ਇਟ। ਜਿਹੜਾ ਇੱਕ ਵੱਡਾ ਨੈਸ਼ਨਲ ਪਰਸਪੈਕਟਿਵ ਹੈ, ਉਸ ਨੈਸ਼ਨਲ ਪਰਸਪੈਕਟਿਵ ਦੇ ਵਿੱਚ ਇੱਕ ਜਿਹੜਾ ਅਲਾਇੰਸ ਬਣਾਉਣ ਦੀ ਕੋਸ਼ਿਸ਼ ਚੱਲ ਰਹੀ ਹੈ ਜਾਂ ਜਿਹੜਾ ਅਲਾਇੰਸ ਬਣਿਆ ਜਿਹਦਾ ਨਾਮ ਇੰਡੀਆ ਰੱਖਿਆ ਗਿਆ ਹੈ, ਉਸ ਇੰਡੀਆ ਅਲਾਇੰਸ ਦੀ ਸੀਟ ਐਡਜਸਟਮੈਂਟਸ ਕਿਸ ਸੂਬੇ 'ਚ ਹੋਣਗੀਆਂ ਕਿਸ ਸੂਬੇ 'ਚ ਨਹੀਂ ਹੋਣਗੀਆਂ, ਉਹਦਾ ਕੀ ਪ੍ਰਾਰੂਪ ਹੋਊਗਾ, ਉਹਦਾ ਕੀ ਸਵਰੂਪ ਹੋਊਗਾ, ਉਹ ਅਜੇ ਸਮਾਂ ਦੱਸੂਗਾ। ਰਾਈਟ। ਸੋ ਇਟ ਇਜ਼ ਟੂ ਪ੍ਰੀਮੈਚੁਰ to either say that there will be a seat understanding, there will not be a seat understanding। ਇਹ ਵੀ ਹੋ ਸਕਦਾ ਹੈ ਕਿ ਉਸ ਇੰਡੀਆ ਅਲਾਇੰਸ 'ਚ ਹੋਰ ਪਾਰਟੀਆਂ ਵੀ ਸ਼ਾਮਿਲ ਹੋ ਜਾਣ, ਕਿਉਂਕਿ ਬਾਕੀ ਜਿਹੜੀਆਂ ਪਾਰਟੀਆਂ NDA ਭਾਜਪਾ ਸਰਕਾਰ ਤੋਂ ਨਾਰਾਜ਼ ਨੇ, ਜਿਹੜੇ ਇੱਕ ਸਮਾਂ ਉਹਨਾਂ ਦੇ ਭਾਈਵਾਲ ਹੁੰਦੇ ਨੇ ਸੀਗੇ, ਉਹ ਵੀ ਸਾਨੂੰ ਇਹ ਗੱਲ ਆ ਕੇ ਕਹਿੰਦੇ ਨੇ ਦੈਟ ਵੀ ਡੋਂਟ ਵਾਂਟ ਟੂ ਬੀ ਔਨ ਦ ਰੋਂਗ ਸਾਈਡ ਆਫ ਹਿਸਟਰੀ, ਕਿ ਅਸੀਂ ਇਤਿਹਾਸ ਦੇ ਖੱਬੇ ਪਾਸੇ ਨਹੀਂ ਹੋਣਾ ਚਾਹੁੰਦੇ। ਇਸ ਲਈ ਇਹ ਜਿਹੜਾ ਸਮਾਂ ਹੈ ਇਹ ਇਵੋਲਵਿੰਗ ਸਮਾਂ ਹੈ, ਔਰ ਇਹ ਅਲਾਇੰਸ ਕਿਸ ਕਿਸਮ ਦਾ ਬਣੇਗਾ, ਇਹਦੇ 'ਚ ਕੌਣ ਸ਼ਾਮਿਲ ਹੋਊਗਾ, ਕੌਣ ਸ਼ਾਮਿਲ ਹੋਊਗਾ, ਇਹ ਆਉਣ ਵਾਲਾ ਸਮਾਂ ਦੱਸੂ। ਤੁਸੀਂ ਜਿਹੜੀ ਗੱਲ ਕਰ ਰਹੇ ਫਿਊਚਰ ਦੇ ਲੀਡ ਰੱਖੀ ਜਾਵੇ, ਆਮ ਆਦਮੀ ਪਾਰਟੀ ਔਰ ਕਾਂਗਰਸ 2 ਪਾਰਟਸ ਹੈ ਪੱਕੇ ਜਿਹੜੇ ਇਸ ਵੇਲੇ ਮੇਨ ਚੱਲ ਰਹੇ। ਪੰਜਾਬ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਦੇ ਚਾਹੇ ਲੀਡਰ ਨੂੰ ਲੈ ਕੇ ਆਪਣੇ ਨਾਲ ਰਲਾ ਲਏ, ਕਿਆ ਤੁਹਾਨੂੰ ਲੱਗਦਾ ਨਾ ਕਿ ਉਹ ਨੀਤ ਖੋਖਲੀ ਕਰ ਰਹੇ ਸ਼ੁਰੂ ਤੋਂ? ਦੇਖੋ ਇੱਦਾਂ ਹੈ ਕਿ ਹਰ ਪਾਰਟੀ ਜਿਹੜੀ ਇਸ ਅਲਾਇੰਸ ਸ਼ਾਮਿਲ ਹੈ ਜਾਂ ਇਸ ਅਲਾਇੰਸ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ, ਉਹਨੂੰ ਜਿਹੜਾ ਅਲਾਇੰਸ ਦਾ ਧਰਮ ਹੈ ਉਹ ਨਿਭਾਉਣਾ ਚਾਹੀਦਾ ਹੈ। ਔਰ ਕਿਉਂਕਿ ਜੇ ਇੱਕ ਬ੍ਰੇਕਡਾਊਨ ਆਫ ਟਰਸਟ ਹੋ ਜਾਏਗਾ ਤਾਂ ਉਸ ਨੂੰ ਗਰਾਊਂਡ ਲੈਵਲ 'ਤੇ ਸਿਰੇ ਚੜਾਉਣਾ ਔਖਾ ਹੋ ਜਾਏਗਾ। ਪਰ ਇਹਦੇ ਨਾਲ ਇਹ ਵੀ ਗੱਲ ਹੈ ਕਿ ਇਹ ਡਿਪੈਂਡ ਕਰੇਗਾ। ਹੁਣ ਜਿਵੇਂ CPM ਔਰ ਕਾਂਗਰਸ ਬਹੁਤ ਸਾਲਾਂ ਤੋਂ ਨੈਸ਼ਨਲ ਲੈਵਲ 'ਤੇ ਕੋਆਪਰੇਟ ਕਰਦੇ ਰਹੇ, ਪਰ CPM ਔਰ ਕਾਂਗਰਸ ਕੇਰਲਾ 'ਚ ਇੱਕ ਦੂਜੇ ਦੇ ਖਿਲਾਫ ਲੜਦੇ, ਕਦੇ ਸੀਟ ਐਡਜਸਟਮੈਂਟ ਨਹੀਂ ਹੁੰਦੀ। ਪਰ ਪੱਛਮ ਬੰਗਾਲ ਦੇ ਵਿੱਚ CPM ਔਰ ਕਾਂਗਰਸ ਦੇ ਵਿੱਚ ਪਿਛਲੇ 2-3 ਇਲੈਕਸ਼ਨਾਂ 'ਚੋਂ ਸੀਟ ਐਡਜਸਟਮੈਂਟ ਹੋਈ। ਸੋ ਇਸ ਲਈ ਇਹ ਡਿਪੈਂਡ ਕਰੂਗਾ ਕਿ ਜਦੋਂ ਚੋਣਾਂ ਕਲੋਜ਼ ਆਉਣਗੀਆਂ ਉਹਦੇ 'ਚ ਕਿਸ ਕਿਸਮ ਦਾ ਸਰੂਪ ਬਣਦਾ ਹੈ, ਔਰ ਉਹਦੇ ਨਾਲ ਕਿਹੜੀਆਂ ਹੋਰ ਪਾਰਟੀਆਂ ਇਸ ਇੰਡੀਆ ਅਲਾਇੰਸ ਸ਼ਾਮਿਲ ਹੁੰਦੀਆਂ ਨੇ। ਕਿਉਂਕਿ ਇਹ ਕੋਈ ਦਰਵਾਜ਼ਾ ਬੰਦ ਨਹੀਂ ਹੋ ਗਿਆ ਹੈਗਾ ਕਿ ਇਹ ਸਿਰਫ 26 ਪਾਰਟੀਆਂ ਨੇ, ਬਹੁਤ ਸਾਰੀਆਂ ਹੋਰ ਪਾਰਟੀਆਂ ਨੇ ਜਿਹੜੀਆਂ ਇਹ ਚਾਹੁੰਦੀਆਂ ਨੇ ਕਿ ਬਈ ਇਸ ਮੁਲਕ ਦੇ ਵਿੱਚ ਵਿਕਲਪ ਹੋਵੇ, ਔਰ ਉਹ ਇੰਡੀਆ ਅਲਾਇੰਸ ਸ਼ਾਮਿਲ ਹੋਣ ਨੂੰ ਤਿਆਰ ਨੇ। ਉਹ ਕਿਵੇਂ ਹੋਣਗੀਆਂ ਇਹ ਸਮਾਂ ਦੱਸੂਗਾ। ਸਰ ਇੱਕ ਤੁਸੀਂ ਆਪਣਾ ਲੰਗਰ ਤੋਂ ਲੈ ਕੇ ਗੰਗੂਆ ਤੱਕ ਜਿਹੜਾ ਨੈਸ਼ਨਲ ਹਾਈਵੇ 2 ਲੇਨ ਹੈ, ਜਿਹਦੇ ਕੋਲ ਮਹਿਤਪੁਰ ਤੋਂ ਲੈ ਕੇ ਪੁਣੇ ਤੱਕ 4 ਲੇਨ ਬਣ ਚੁੱਕਿਆ।